Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 155ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਹਉ ਤੁਧ ਆਖਾ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਨਿੰਦਾ ਚਿੰਦਾ ਕਰੇ ਪਰਾਈ, ਝੂਠੀ ਲਾਇ ਤਵਾਰੀ। ਵੇਲ ਪਰਾਈ ਜੋਹੇ ਜੀਅੜੇ, ਕਰੇ ਚੋਰੀ ਬੁਰਿਆਰੀ। ਹੰਸ ਚਲਿਆ ਤੂੰ ਪਿੱਛੇ ਰਹੀਏ, ਛੁੱਟੜ ਹੋਇਓ ਨਾਰੀ। ਹਉ ਤੁਧ ਆਖਾ ਮੇਰੀ ਕਾਇਆ, ਕਹਿੰਦੇ ਹੇ ਮੇਰੇ ਸਰੀਰ, ਮੈਂ ਤੈਨੂੰ ਆਖਦਾ ਹਾਂ, ਮੈਂ ਤੈਨੂੰ ਸਮਝਾਉਂਦਾ ਹਾਂ। ਤੂੰ ਸੁਣ ਸਿੱਖ ਹਮਾਰੀ, ਤੂੰ ਮੇਰੀ ਸਿੱਖਿਆ ਸੁਣ। ਨਿੰਦਾ ਚਿੰਦਾ ਕਰੇ ਪਰਾਈ, ਕਹਿੰਦੇ ਤੂੰ ਪਰਾਈ ਨਿੰਦਿਆ ਕਰਦਾ ਹੈ ਤੇ ਉਸ ਨਿੰਦਿਆ ਦੇ ਉੱਤੇ ਚਿੰਦਾ ਭਾਵ ਚਿੰਤਨ ਕਰਨਾ, ਉਸ ਨਿੰਦਿਆ ਦੇ ਉੱਤੇ ਚਿੰਤਨ ਵੀ ਕਰਦਾ ਹੈ। ਤੂੰ ਹੋਰਨਾਂ ਲੋਕਾਂ ਦੇ ਬਾਰੇ ਦੇ ਵਿੱਚ ਸੋਚਦਾ ਰਹਿੰਦਾ ਹੈ, ਉਹਨਾਂ ਦੇ ਬਾਰੇ ਦੇ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਾ ਰਹਿੰਦਾ ਹੈ। ਆਪਣੇ ਹਿਸਾਬ ਦੇ ਨਾਲ ਤੂੰ ਉਹਨਾਂ ਦੀਆਂ ਗੱਲਾਂ ਨੂੰ ਵੀ ਢਾਲ ਲੈਂਦਾ ਹੈ। ਇਹ ਜੋ ਨਿੰਦਾ ਚਿੰਦਾ ਹੈ, ਇਹ ਤੂੰ ਹੋਰਨਾਂ ਕੋਲ ਵੀ ਕਰਦਾ ਹੋ ਸਕਦਾ ਹੈ, ਆਪਣੇ ਆਪ ਦੇ ਨਾਲ ਵੀ ਕਰਦਾ ਹੋ ਸਕਦਾ ਹੈ। ਪਰ ਮੁੱਕਦੀ ਗੱਲ ਇਹ ਹੈ ਕਿ ਮੇਰੇ ਸਰੀਰ, ਨਿੰਦਾ ਚਿੰਦਾ ਕਰੇ ਪਰਾਈ, ਝੂਠੀ ਲਾਇਤਵਾਰੀ। ਲਾਇਤਵਾਰੀ ਉਸ ਸ਼ਬਦ ਨੂੰ ਕਿਹਾ ਜਾਂਦਾ ਹੈ ਜਾਂ ਉਸ ਕਾਰਜ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਕਰਕੇ ਅਸੀਂ ਆਪਣੇ ਉੱਪਰੋਂ ਇਤਵਾਰ ਹਟਾ ਲੈਂਦੇ ਹਾਂ। ਇੱਥੇ ਚੁਗਲੀ ਨੂੰ ਸੰਬੋਧਿਤ ਕੀਤਾ ਗਿਆ ਹੈ ਇਸ ਸ਼ਬਦ ਦੇ ਨਾਲ, ਕਿਉਂਕਿ ਜੋ ਇਨਸਾਨ ਚੁਗਲੀ ਕਰਦਾ ਹੈ ਉਹਦੇ ਉੱਪਰੋਂ ਸਭ ਦਾ ਭਰੋਸਾ ਉੱਠ ਜਾਂਦਾ ਹੈ, ਤਾਂ ਉਹ ਲਾਇਤਵਾਰੀ ਵਾਲਾ ਕੰਮ ਕਰਦਾ ਹੈ। ਤਾਂ ਗੁਰੂ ਜੀ ਕਹਿੰਦੇ ਕਿ ਹੇ ਮੇਰੇ ਸਰੀਰ, ਤੂੰ ਨਿੰਦਾ ਚਿੰਦਾ ਵੀ ਕਰਦਾ ਹੈ, ਪਰਾਈ ਚੁਗਲੀ ਵੀ ਕਰਦਾ ਹੈ। ਵੇਲ ਪਰਾਈ ਜੋਹੇ, ਵੇਲ ਤੋਂ ਭਾਵ ਹੈ ਇਸਤਰੀ ਤੇ ਜੋਹੇ ਤੋਂ ਭਾਵ ਹੈ ਤੱਕਣਾ। ਕਹਿੰਦੇ ਤੂੰ ਪਰਾਈ ਇਸਤਰੀ ਵੀ ਤੱਕਦਾ ਹੈ। ਕਰੇ ਚੋਰੀ ਬੁਰਿਆਰੀ, ਤੂੰ ਚੋਰੀਆਂ ਵੀ ਕਰਦਾ ਹੈ, ਹੋਰ ਵੀ ਬਹੁਤ ਤਰ੍ਹਾਂ ਦੇ ਬੁਰੇ ਕਾਰਜ ਕਰਦਾ ਹੈ, ਬੁਰਾਈਆਂ ਕਰਦਾ ਹੈ। ਹੰਸ ਚਲਿਆ ਤੂੰ ਪਿੱਛੇ ਰਹੀਐ, ਛੁੱਟੜ ਹੋਈ ਐ ਨਾਰੀ। ਕਹਿੰਦੇ ਜਦੋਂ ਤੇਰੇ ਇਸ ਸਰੀਰ ਦੇ ਵਿੱਚੋਂ ਜੀਵ ਆਤਮਾ ਨਿਕਲ ਗਈ ਤਾਂ ਉਹ ਹੰਸ ਉੱਡ ਗਿਆ, ਤੂੰ ਪਿੱਛੇ ਰਹਿ ਜਾਏਗਾ ਸਵਾਹ ਦੇ ਵਿੱਚ ਰੁਲਣ ਦੇ ਲਈ ਜਾਂ ਸਵਾਹ ਬਣਨ ਦੇ ਲਈ। ਤੇ ਤੇਰੀ ਹਾਲਤ ਉਦੋਂ ਇਦਾਂ ਦੀ ਹੋ ਜਾਏਗੀ ਜਿਵੇਂ ਛੁੱਟੜ ਨਾਰੀ ਹੋਵੇ ਜਿਸ ਨੂੰ ਉਹਦਾ ਪਤੀ ਛੱਡ ਦਿੰਦਾ ਹੈ, ਉਸ ਤਰ੍ਹਾਂ ਦੀ ਇਸਤਰੀ ਹੋਵੇ। ਤੇਰੀ ਹਾਲਤ ਕਹਿੰਦੇ ਉਸ ਪ੍ਰਕਾਰ ਦੀ ਹੋ ਜਾਏਗੀ। ਤੂੰ ਕਾਇਆ ਰਹੀ ਐ ਸੁਪਨੰਤਰ, ਤੁਧ ਕਿਆ ਕਰਮ ਕਮਾਇਆ। ਕਿ ਹੇ ਮੇਰੇ ਸਰੀਰ, ਤੂੰ ਸੁਪਨਿਆਂ ਦੇ ਵਿੱਚ ਹੈ, ਮਾਇਆ ਦੀ ਨੀਂਦੇ ਸੁੱਤਾ ਹੋਇਆ ਹੈ। ਤੈਨੂੰ ਖੁਦ ਨੂੰ ਨਹੀਂ ਪਤਾ ਕਿ ਤੂੰ ਕਿੱਦਾਂ ਦੇ ਕਰਮ ਕਮਾਏ ਨੇ, ਕਿੱਦਾਂ ਦੇ ਭੈੜੇ ਬੁਰੇ ਚੰਗੇ ਕੰਮ ਤੂੰ ਕਰਦਾ ਫਿਰ ਰਿਹਾ ਹੈ। ਕਰ ਚੋਰੀ ਮੈਂ ਜਾ ਕਿਛ ਲੀਆ, ਤਾ ਮਨ ਭਲਾ ਪਾਇਆ। ਕਿ ਚੋਰੀਆਂ ਕਰ ਕਰਕੇ, ਠੱਗੀਆਂ ਕਰ ਕਰਕੇ ਮੈਂ ਜੋ ਕੁਝ ਵੀ ਲਿਆ ਕੇ ਤੇਰੇ ਸਾਹਮਣੇ ਰੱਖਦਾ ਰਿਹਾ, ਤੂੰ ਉਹਨੂੰ ਦੇਖ ਕੇ ਖੁਸ਼ ਹੁੰਦਾ ਰਿਹਾ ਹੈ, ਤੇਰੇ ਮਨ ਨੂੰ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਰਹੀਆਂ ਨੇ। ਇੱਥੇ ਗੁਰੂ ਜੀ ਆਪਣੇ ਆਪ ਦੇ ਨਾਲ ਹੀ ਗੱਲ ਕਰ ਰਹੇ ਨੇ। ਇਸ ਗੱਲ ਤੋਂ ਤੁਸੀਂ ਵੀ ਭਲੀ ਭਾਂਤ ਜਾਣੂ ਹੋਵੋਗੇ, ਬਲਕਿ ਤੁਸੀਂ ਖੁਦ ਵੀ ਕਈ ਵਾਰ ਆਪਣੇ ਆਪ ਦੇ ਨਾਲ ਵਾਰਤਾਲਾਪ ਕਰਦੇ ਹੋਵੋਗੇ, ਤਾਂ ਅਸੀਂ ਇਹ ਚੀਜ਼ ਮਹਿਸੂਸ ਕਰ ਸਕਦੇ ਹਾਂ ਕਿ ਸਾਡੀ ਹੀ ਪਰਸਨੈਲਿਟੀ ਦੇ, ਸਾਡੇ ਹੀ ਹੋਂਦ ਦੇ ਦੋ ਵੱਖਰੇ ਵੱਖਰੇ ਪਹਿਲੂ ਹੋ ਸਕਦੇ ਨੇ। ਜਦੋਂ ਅਸੀਂ ਉਹਨਾਂ ਦੋਨਾਂ ਪਹਿਲੂਆਂ ਦੇ ਵਿੱਚ ਹੀ ਵਾਰਤਾਲਾਪ ਕਰਵਾਉਂਦੇ ਹਾਂ, ਦਲੀਲ ਕਰਵਾਉਂਦੇ ਹਾਂ, ਤੇ ਇੱਥੇ ਗੁਰੂ ਜੀ ਵੀ ਉਹਨਾਂ ਦੋਨਾਂ ਪਹਿਲੂਆਂ ਦੇ ਵਿੱਚ ਹੀ ਦਲੀਲ ਕਰਵਾ ਰਹੇ ਨੇ। ਆਪਣੇ ਜੋ ਸਬਕੌਂਸ਼ੀਅਸ ਮਾਈਂਡ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹਨੂੰ ਕਹਿ ਰਹੇ ਨੇ ਕਿ ਮੈਂ ਕੌਂਸ਼ੀਅਸ ਮਾਈਂਡ, ਜਿਹੜਾ ਚੇਤੰਨ ਮਨ ਹਾਂ, ਚੋਰੀਆਂ ਕਰ ਕਰਕੇ, ਕਿਸੇ ਵੀ ਤਰੀਕਿਆਂ ਦੇ ਨਾਲ ਧਨ ਮਾਇਆ ਇਕੱਠੀ ਕਰ ਕਰਕੇ ਤੇਰੇ ਸਾਹਮਣੇ ਲਿਆ ਕੇ ਰੱਖਦਾ ਰਿਹਾ ਤੇ ਤੂੰ ਉਸ ਨੂੰ ਪ੍ਰਾਪਤ ਕਰਕੇ ਖੁਸ਼ ਹੁੰਦਾ ਰਿਹਾ। ਕਰ ਚੋਰੀ ਮੈਂ ਜਾ ਕਿਛ ਲੀਆ, ਤਾ ਮਨ ਭਲਾ ਪਾਇਆ। ਹਲਤ ਨਾ ਸੋਭਾ ਪਲਤ ਨਾ ਢੋਈ, ਅਹਿਲਾ ਜਨਮ ਗਵਾਇਆ। ਤੇ ਇਸ ਤਰ੍ਹਾਂ ਕਰਕੇ ਕਹਿੰਦੇ ਤੂੰ ਆਪਣੀ ਹਾਲਤ ਇਸ ਤਰ੍ਹਾਂ ਦੀ ਕਰ ਲਈ ਹੈ ਕਿ ਨਾ ਤਾਂ ਤੈਨੂੰ ਇਸ ਜਨਮ ਦੇ ਵਿੱਚ ਸ਼ੋਭਾ ਮਿਲਣੀ ਹੈ, ਨਾ
ਪਲਤ ਦੇ ਵਿੱਚ ਜਾ ਕੇ ਪਰਲੋਕ ਦੇ ਵਿੱਚ ਜਾ ਕੇ ਢੋਈ ਮਿਲਣੀ ਹੈ। ਲੋਕ ਪਰਲੋਕ ਦੇ ਬਾਰੇ 'ਚ ਜੇਕਰ ਤੁਸੀਂ ਡੂੰਘਾਈ ਦੇ ਵਿੱਚ ਜਾਣਨਾ ਚਾਹੁੰਦੇ ਹੋ ਤਾਂ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਸੈਕਸ਼ਨ ਦੇ ਵਿੱਚ ਮਿਲ ਜਾਏਗਾ। ਉੱਥੇ ਅਸੀਂ ਬੜੀ ਡਿਟੇਲ ਦੇ ਵਿੱਚ ਇਸ ਦੇ ਬਾਰੇ 'ਚ ਗੱਲ ਕੀਤੀ ਹੈ। ਵੱਖ-ਵੱਖ ਜੋ ਪਹਿਲੂ ਲੋਕ ਪਰਲੋਕ ਦੇ ਹੋ ਸਕਦੇ ਨੇ ਉਹਨਾਂ ਦੇ ਬਾਰੇ 'ਚ ਗੱਲ ਕੀਤੀ ਹੈ। ਪਰ ਗੁਰੂ ਜੀ ਕਹਿ ਰਹੇ ਨੇ ਕਿ ਇਦਾਂ ਕਰਕੇ ਤੈਨੂੰ ਨਾ ਇਸ ਲੋਕ ਦੇ ਵਿੱਚ ਸ਼ੋਭਾ ਮਿਲਣੀ ਹੈ ਤੇ ਨਾ ਪਰਲੋਕ ਦੇ ਵਿੱਚ ਢੋਈ। ਇਸ ਪ੍ਰਕਾਰ ਤੂੰ ਆਪਣਾ ਮਨੁੱਖਾ ਜਨਮ ਜੋ ਹੈ ਅਜਾਈਂ ਗਵਾ ਰਿਹਾ ਹੈ। ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ, ਮੇਰੀ ਬਾਤ ਨਾ ਪੁੱਛਾ ਕੋਈ ਰਹਾਓ। ਕਹਿੰਦੇ ਮੈਂ ਬੜੀ ਦੁਖੀ ਹੋਈ ਹਾਂ। ਜੋ ਆਪਣਾ ਸਰੀਰ ਹੈ, ਆਪਣੀ ਕਾਇਆ ਹੈ, ਉਹ ਇਹ ਗੱਲ ਕਹਿ ਰਹੀ ਹੈ ਕਿ ਹਉ ਖਰੀ ਦੁਹੇਲੀ ਹੋਈ। ਖਰੀ ਦੁਹੇਲੀ ਭਾਵ ਬਹੁਤ ਦੁਖੀ, ਕਿ ਮੈਂ ਬਹੁਤ ਦੁਖੀ ਹਾਂ ਹੇ ਨਾਨਕ, ਮੇਰੀ ਕੋਈ ਬਾਤ ਨਹੀਂ ਪੁੱਛਦਾ। ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇਰੇ ਭਾਰਾ, ਕਿਸ ਹੀ ਨਾਲ ਨਾ ਚੱਲੇ ਨਾਨਕ, ਝੜ ਝੜ ਪਏ ਗਬਾਰਾ। ਕਹਿੰਦੇ ਹੇ ਮੂਰਖ, ਇਹ ਜੋ ਤੁਰਕਸਤਾਨੀ ਨਸਲ ਦੇ ਘੋੜੇ, ਚੰਗੀ ਕਿਸਮ ਦੇ ਘੋੜੇ, ਸੋਹਣਾ ਰੂਪ, ਚੰਗੇ ਕੱਪੜੇ, ਇਹ ਸਭ ਕੁਝ ਇਕੱਠਾ ਕਰਨ ਦੇ ਵਿੱਚ ਤੂੰ ਲੱਗਿਆ ਹੋਇਆ ਹੈ। ਇਹ ਕਿਸੇ ਦੇ ਨਾਲ ਨਹੀਂ ਜਾਂਦੇ। ਜਦੋਂ ਮੌਤ ਹੋ ਜਾਂਦੀ ਹੈ ਤਾਂ ਝੜ ਝੜ ਪਏ, ਇਹ ਝੜ ਝੜ ਕੇ ਇੱਥੇ ਹੀ ਰਹਿ ਜਾਂਦੇ ਨੇ, ਨਾਲ ਨਹੀਂ ਜਾਂਦੇ। ਕੂਜਾ ਮੇਵਾ ਮੈਂ ਸਭ ਕਿਛ ਚਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਕੂਜਾ ਤੋਂ ਭਾਵ ਮਿਸਰੀ। ਕਹਿੰਦੇ ਮਿਸਰੀ ਤੇ ਮੇਵੇ ਮੈਂ ਸਭ ਕੁਝ ਚੱਖ ਕੇ ਵੇਖ ਲਿਆ ਹੈ, ਪਰ ਤੇਰੇ ਅੰਮ੍ਰਿਤ ਨਾਮ ਤੋਂ ਮਿੱਠਾ ਕੋਈ ਵੀ ਪਦਾਰਥ ਨਹੀਂ ਹੈ। ਅੱਗੇ ਕਹਿੰਦੇ ਕਿ ਦੇ ਦੇ ਨੀਵ ਦੀਵਾਲ ਉਸਾਰੀ, ਭਸ ਮੰਦਰ ਕੀ ਢੇਰੀ, ਸੰਚੇ ਸੰਚ ਨਾ ਦੇਈ ਕਿਸ ਹੀ, ਅੰਧ ਜਾਣੈ ਸਭ ਮੇਰੀ। ਕਹਿੰਦੇ ਡੂੰਘੀਆਂ ਡੂੰਘੀਆਂ ਨੀਹਾਂ ਰੱਖ ਕੇ, ਮਜ਼ਬੂਤ ਤੋਂ ਮਜ਼ਬੂਤ ਬੁਨਿਆਦਾਂ ਬਣਾ ਕੇ ਤੂੰ ਦੀਵਾਰਾਂ ਉਸਾਰੀਆਂ ਨੇ, ਮਕਾਨ ਉਸਾਰੇ ਨੇ, ਪਰ ਜਦੋਂ ਤੇਰੀ ਮੌਤ ਆ ਗਈ ਤਾਂ ਇਹ ਤੇਰੇ ਭਾ ਦੇ ਭਸ ਮੰਦਰ, ਭਾਵ ਕਿ ਭਸਮ ਦੇ ਮੰਦਰ, ਸਵਾਹ ਦੀ ਢੇਰੀ ਦੇ ਬਣੇ ਹੋਏ ਮੰਦਰ ਹੀ ਹੋ ਜਾਣੇ ਨੇ। ਤੈਨੂੰ ਇਹਨਾਂ ਦਾ ਕੋਈ ਭਾ ਨਹੀਂ ਹੋਣਾ ਜਦੋਂ ਤੂੰ ਇਸ ਸੰਸਾਰ ਤੋਂ ਚੱਲ ਗਿਆ ਤਾਂ। ਸੰਚੇ ਸੰਚ ਨਾ ਦੇਈ ਕਿਸ ਹੀ। ਜੋ ਦੌਲਤਮੰਦ ਇਨਸਾਨ ਹੈ ਉਹ ਦੌਲਤ ਇਕੱਠੀ ਕਰਨ ਦੇ ਵਿੱਚ ਇੰਨਾ ਰੁੱਝਿਆ ਹੋਇਆ ਹੈ ਕਿ ਕਿਸੇ ਨੂੰ ਵੀ ਉਹਦੇ ਵਿੱਚੋਂ ਆਪਣੇ ਹੱਥੋਂ ਨਹੀਂ ਦਿੰਦਾ। ਉਸ ਦੌਲਤ ਦੇ ਵਿੱਚੋਂ ਕਿਸੇ ਨੂੰ ਕੁਝ ਨਹੀਂ ਦਿੰਦਾ। ਅੰਧਾ ਇਹ ਸਮਝਦਾ ਹੈ, ਅੰਧ ਜਾਣਾ ਮੂਰਖ ਮਨੁੱਖ ਇਹ ਸਮਝਦਾ ਹੈ ਸਭ ਮੇਰੀ, ਕਿ ਇਹ ਸਾਰੀ ਜੋ ਦੌਲਤ ਹੈ ਉਹ ਮੇਰੀ ਹੈ। ਪਰ ਉਹ ਇਸ ਗੱਲ ਤੋਂ ਬਿਲਕੁਲ ਅਣਜਾਣ ਹੈ ਕਿ ਸੋਇਨ ਲੰਕਾ ਸੋਇਨ ਮਾੜੀ, ਸੰਪੈ ਕਿਸੈ ਨਾ ਕੇਰੀ। ਕਿ ਸੋਨੇ ਦੀ ਲੰਕਾ, ਸੋਨੇ ਦੇ ਮਹਿਲ ਮਾੜੀਆਂ ਵੀ ਜੇ ਤੂੰ ਬਣਾ ਲਵੇਂ, ਉਹ ਵੀ ਸਦਾ ਲਈ ਤੇਰੇ ਨਹੀਂ ਰਹਿ ਸਕਦੇ। ਉਹਨਾਂ ਦੇ ਉੱਪਰ ਵੀ ਤੇਰੀ ਮਲਕੀਅਤ ਸਦਾ ਕਾਇਮ ਨਹੀਂ ਰਹਿ ਸਕਦੀ। ਤੂੰ ਇੱਕ ਦਿਨ ਇਸ ਦੁਨੀਆ ਤੋਂ ਜਾਣਾ ਹੀ ਜਾਣਾ ਹੈ ਤੇ ਇਹ ਸਾਰਾ ਕੁਝ ਤੈਨੂੰ ਪਿੱਛੇ ਹੀ ਛੱਡ ਕੇ ਜਾਣਾ ਪਵੇਗਾ। ਸੁਣ ਮੂਰਖ ਮਨ ਅਣਜਾਣਾ, ਹੋਗ ਤਿਸੈ ਕਾ ਭਾਣਾ ਰਹਾਓ। ਕਹਿੰਦੇ ਹੇ ਮੇਰੇ ਅਣਜਾਣ ਮੂਰਖ ਮਨ, ਇਹ ਗੱਲ ਸੁਣ ਕਿ ਉਸ ਪਰਮਾਤਮਾ ਦੀ ਰਜ਼ਾ ਹੀ ਵਰਤੇਗੀ। ਇਸ ਲਈ ਉਹਦੀ ਰਜ਼ਾ ਦੇ ਵਿੱਚ ਤੁਰਨਾ ਸਿੱਖ। ਆਪਣੇ ਜੋ ਮਨ ਦੇ ਵਿੱਚ ਤੂੰ ਲੋਭ ਲਾਲਚ ਪਾਲ ਰੱਖੇ ਨੇ ਉਹਨਾਂ ਨੂੰ ਛੱਡ ਦੇ। ਸਾਹ ਹਮਾਰਾ ਠਾਕੁਰ ਭਾਰਾ, ਹਮ ਤਿਸ ਕੇ ਵਣਜਾਰੇ, ਜਿਉ ਪਿੰਡ ਸਭ ਰਾਸ ਤਿਸੈ ਕੀ, ਮਾਰ ਆਪੇ ਜੀ ਵਾਲੇ। ਸਾਡਾ ਜੋ ਮਾਲਕ ਪਰਮਾਤਮਾ ਹੈ ਉਹ ਬਹੁਤ ਵੱਡਾ ਸ਼ਾਹੂਕਾਰ ਹੈ, ਸਾਹ ਹੈ। ਅਸੀਂ ਜੋ ਜੀਵ ਹਾਂ ਉਹਦੇ ਹੀ ਭੇਜੇ ਹੋਏ ਵਣਜਾਰੇ ਹਾਂ, ਵਪਾਰੀ ਹਾਂ। ਉਹਦੇ ਨਾਮ ਦਾ ਵਪਾਰ ਕਰਨ ਦੇ ਲਈ ਇੱਥੇ ਆਏ ਹਾਂ। ਇਹ ਜੋ ਸਰੀਰ ਹੈ ਤੇ ਇਹ ਜੋ ਆਤਮਾ ਹੈ, ਜੀਓ ਪਿੰਡ, ਪਿੰਡ ਹੈ ਸਰੀਰ ਤੇ ਜੀਓ ਹੈ ਆਤਮਾ, ਸਭ ਰਾਸ ਤਿਸੈ ਕੀ। ਇਹ ਉਸ ਪਰਮਾਤਮਾ ਵੱਲੋਂ ਬਖਸ਼ੀ ਹੋਈ ਰਾਸ ਪੂੰਜੀ ਹੈ। ਉਹ ਆਪ ਹੀ ਮਾਰਦਾ ਹੈ, ਆਪ ਹੀ ਜਨਮ ਦਿੰਦਾ ਹੈ। ਮਾਰ ਆਪੇ ਜੀ ਵਾਲੇ, ਕਿ ਜਨਮ ਅਤੇ ਮੌਤ ਬਖਸ਼ਣ ਵਾਲਾ ਉਹ ਪਰਮਾਤਮਾ ਆਪ ਹੀ ਹੈ। ਗੌੜੀ ਚੇਤੀ ਮਹਿਲਾ ਪਹਿਲਾ, ਅਵਰ ਪੰਚ ਹਮ ਏਕ ਜਣਾ, ਕਿਉ ਰਾਖੋ ਘਰ ਬਾਰ ਮਨਾ। ਕਹਿੰਦੇ ਹੇ ਮੇਰੇ ਮਨ, ਮੇਰੇ ਜੋ ਵੈਰੀ ਨੇ ਉਹ ਪੰਜ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਮੈਂ ਇਕੱਲਾ ਹਾਂ। ਮੈਂ ਉਹਨਾਂ ਪੰਜਾਂ ਦੇ ਕੋਲੋਂ ਆਪਣੇ ਘਰ-ਬਾਰ ਨੂੰ, ਆਪਣੇ ਚੰਗੇ ਗੁਣਾਂ ਨੂੰ ਕਿਵੇਂ ਬਚਾਵਾਂ?
ਕਿਉ ਰਾਖੋ ਘਰ ਬਾਰ, ਮਾਰੈ ਲੁੱਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਕਹਿੰਦੇ ਇਹ ਜੋ ਪੰਜੇ ਵੈਰੀ ਨੇ, ਪੰਜੇ ਵਿਕਾਰ ਨੇ, ਮੈਨੂੰ ਹਰ ਰੋਜ਼ ਮਾਰਦੇ ਨੇ, ਮੈਨੂੰ ਲੁੱਟਦੇ ਨੇ, ਮੈਂ ਕਿਹਦੇ ਅੱਗੇ ਆਪਣੀ ਪੁਕਾਰ ਸੁਣਾਵਾਂ, ਕਿਹਦੇ ਅੱਗੇ ਅਰਜ਼ੋਈ ਕਰਾਂ। ਇਹ ਸਵਾਲ ਪੁੱਛ ਕੇ ਅਗਲੀ ਪੰਕਤੀ ਦੇ ਵਿੱਚ ਗੁਰੂ ਜੀ ਖੁਦ ਹੀ ਜਵਾਬ ਦੇ ਰਹੇ ਨੇ। ਕਹਿੰਦੇ ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮਦਲ ਵਿਖਮ ਘਣਾ ਰਹਾਓ। ਕਹਿੰਦੇ ਇਹ ਪੰਜੇ ਵਿਕਾਰ ਤੇ ਕੁਝ ਵੀ ਨਹੀਂ, ਅੱਗੇ ਜਮਰਾਜ ਦੀ ਫੌਜ ਖੜੀ ਹੈ ਜੋ ਤੈਨੂੰ ਲਿਜਾਣ ਵਾਸਤੇ ਤਿਆਰ ਹੈ, ਭਾਵ ਕਿ ਤੇਰੀ ਮੌਤ ਸੁਨਿਸ਼ਚਿਤ ਹੈ, ਉਹਨੂੰ ਵੀ ਕਬੂਲ ਕਰਨਾ ਹੈ ਤੈਂ। ਇਸ ਲਈ ਸ੍ਰੀ ਰਾਮ ਨਾਮਾ ਉਚਰ ਮਨਾ, ਉਸ ਪਰਮਾਤਮਾ ਦਾ ਨਾਮ ਉਚਾਰ, ਉਹਦੇ ਨਾਲ ਸਾਂਝ ਕਾਇਮ ਕਰ। ਉਸਾਰ ਮੜੋਲੀ ਰਾਖੈ ਦੁਆਰਾ, ਭੀਤਰ ਬੈਠੀ ਸਾ ਧਨਾ। ਕਹਿੰਦੇ ਉਸ ਪਰਮਾਤਮਾ ਨੇ ਸਾਡੇ ਸਰੀਰ ਰੂਪੀ ਮਕਾਨ ਉਸਾਰਿਆ, ਉਸਾਰ ਮੜੋਲੀ, ਰਾਖੈ ਦੁਆਰਾ, ਤੇ ਉਹਦੇ ਅੰਦਰ 10 ਦੁਆਰ ਰੱਖ ਦਿੱਤੇ। ਸਾਡੇ ਜੋ ਨੱਕ ਕੰਨ ਆਦਿਕ ਮਿਲ ਕੇ 9 ਦੁਆਰ ਬਣਦੇ ਨੇ, ਤੇ 10ਵਾਂ ਦੁਆਰ ਹੈ ਸਾਡਾ ਦਿਮਾਗ। ਤੇ ਭੀਤਰ ਬੈਠੀ ਸਾ ਧਨਾ, ਸਾ ਧਨਾ ਤੋਂ ਭਾਵ ਜਿੰਦ ਇਸਤਰੀ। ਇੱਥੇ ਜਿੰਦ ਇਸਤਰੀ ਕਿਉਂ ਕਿਹਾ ਗਿਆ ਹੈ? ਕਿਉਂਕਿ ਜੋ ਜਿੰਦ ਸ਼ਬਦ ਹੈ ਪੰਜਾਬੀ ਭਾਸ਼ਾ ਦੇ ਅਨੁਸਾਰ ਉਹ ਇਸਤਰੀ ਲਿੰਗ ਦਾ ਪ੍ਰਭਾਵ ਪਾਉਂਦਾ ਹੈ। ਇਸ ਲਈ ਕਹਿੰਦੇ ਕਿ ਭੀਤਰ ਬੈਠੀ ਸਾ ਧਨਾ, ਕਿ ਸਾਡੇ ਸਰੀਰ ਨੂੰ ਬਣਾ ਕੇ ਉਹਦੇ ਦੁਆਰ ਵੀ ਰੱਖ ਦਿੱਤੇ ਤੇ ਉਹਦੇ ਅੰਦਰ ਜਿੰਦ ਇਸਤਰੀ ਵੀ ਵਸਾ ਦਿੱਤੀ। ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਬਰ ਲੁਟੇਨ ਸੋ ਪੰਚ ਜਨਾ। ਅੰਮ੍ਰਿਤ ਤੋਂ ਭਾਵ ਆਪਣੇ ਆਪ ਨੂੰ ਅਮਰ ਜਾਣਨ ਵਾਲੀ, ਤੇ ਕਾਮਣ ਤੋਂ ਭਾਵ ਉਹੀ ਸਾਡੀ ਜਿੰਦ ਇਸਤਰੀ। ਕਹਿੰਦੇ ਉਹ ਜੋ ਜਿੰਦ ਇਸਤਰੀ ਪ੍ਰਮਾਤਮਾ ਨੇ ਸਾਡੇ ਸਰੀਰ ਦੇ ਅੰਦਰ ਪਾਈ, ਉਹ ਆਪਣੇ ਆਪ ਨੂੰ ਅਮਰ ਸਮਝ ਕੇ ਬੈਠ ਗਈ ਕਿ ਮੈਂ ਕਦੇ ਇਸ ਦੁਨੀਆ ਤੋਂ ਜਾਣਾ ਹੀ ਨਹੀਂ। ਤੇ ਇਸ ਸੋਚ ਦੇ ਮੱਦੇ ਨਜ਼ਰ ਕੇਲ ਕਰੇ ਨਿਤ, ਹਰ ਰੋਜ਼ ਕਹਿੰਦੇ ਉਹ ਸੰਸਾਰ ਦੀ ਖੇਡ ਦੇ ਵਿੱਚ ਲੱਗੀ ਰਹਿੰਦੀ ਹੈ, ਧਨ ਪਦਾਰਥ ਮਾਇਆ ਇਕੱਠੀ ਕਰਨ ਦੇ ਵਿੱਚ ਲੱਗੀ ਰਹਿੰਦੀ ਹੈ, ਅੰਦਰ ਵੱਲ ਧਿਆਨ ਨਹੀਂ ਦਿੰਦੀ। ਅਵਰ ਲੁਟੇਨ ਸੋ ਪੰਚ ਜਨਾ, ਅੰਦਰੋਂ ਉਹ ਜਿਹੜੇ 5 ਵਿਕਾਰ ਬੈਠੇ ਨੇ ਉਹ ਸਾਡੇ ਚੰਗੇ ਗੁਣਾਂ ਨੂੰ ਲੁੱਟ ਰਹੇ ਨੇ, ਉਸ ਪਾਸੇ ਵੱਲ ਉਹਦਾ ਧਿਆਨ ਨਹੀਂ ਜਾਂਦਾ। ਕੁੱਲ ਮਿਲਾ ਕੇ ਇਹਨਾਂ ਪੰਕਤੀਆਂ ਦੇ ਰਾਹੀਂ ਗੁਰੂ ਜੀ ਇਹ ਕਹਿਣਾ ਚਾਹ ਰਹੇ ਨੇ ਜਾਂ ਸਮਝਾਉਣਾ ਚਾਹ ਰਹੇ ਨੇ ਕਿ ਜੋ ਮਨੁੱਖ ਹੈ ਉਹਦਾ ਧਿਆਨ ਅੰਦਰ ਰਹਿਣ ਦੀ ਬਜਾਏ ਬਾਹਰ ਜ਼ਿਆਦਾ ਰਹਿੰਦਾ ਹੈ। ਅਸੀਂ ਆਪਣੇ ਅੰਦਰ ਨਹੀਂ ਝਾਕਦੇ, ਅਸੀਂ ਬਾਹਰ ਝਾਕਦੇ ਹਾਂ। ਸਾਨੂੰ ਬਾਹਰੀ ਦੁਨੀਆ ਦਾ, ਬਾਹਰੀ ਪਦਾਰਥਾਂ ਦਾ ਜ਼ਿਆਦਾ ਖਿਆਲ ਰਹਿੰਦਾ ਹੈ। ਆਪਣੇ ਅੰਦਰ ਅਸੀਂ ਕਿਸ ਤਰ੍ਹਾਂ ਦੇ ਗੁਣ ਪਾਲੇ ਨੇ ਜਾਂ ਕਿੱਦਾਂ ਦੇ ਗੁਣ ਅਸੀਂ ਲੁਟਾ ਰਹੇ ਹਾਂ, ਉਸ ਪਾਸੇ ਵੱਲ ਨੂੰ ਸਾਡਾ ਧਿਆਨ ਘਟ ਜਾਂਦਾ ਹੈ। ਇਸ ਵਿਸ਼ੇ ਵੱਲ ਨੂੰ ਗੁਰੂ ਜੀ ਸਾਡਾ ਧਿਆਨ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ ਇਹਨਾਂ ਪੰਕਤੀਆਂ ਦੇ ਦੁਆਰਾ। ਤੇ ਅਗਲੀਆਂ ਪੰਕਤੀਆਂ ਦੇ ਵਿੱਚ ਗੁਰੂ ਜੀ ਅੰਤ ਵੇਲੇ ਦੀ ਗੱਲ ਕਰਦੇ ਪਏ ਨੇ, ਜਦੋਂ ਮੌਤ ਆ ਜਾਂਦੀ ਹੈ। ਕਹਿੰਦੇ ਢਾਹੇ ਮਡੋਲੀ ਲੁੱਟਿਆ ਦੇਹੁਰਾ, ਸਾ ਧਨ ਪਕੜੀ ਏਕ ਜਨਾ। ਕਿ ਜਦੋਂ ਮੌਤ ਆ ਜਾਂਦੀ ਹੈ ਤਾਂ ਇਹ ਸਮਝ ਲਓ ਕਿ ਉਹ ਜੋ ਸਾਡਾ ਸਰੀਰ ਹੈ, ਜੋ ਮਡੋਲੀ ਪ੍ਰਮਾਤਮਾ ਨੇ ਉਸਾਰੀ ਸੀ, ਉਹ ਢਹਿ ਜਾਂਦੀ ਹੈ। ਜੋ ਸਾਡਾ ਦੇਹੁਰਾ, ਇੱਥੇ ਵੀ ਸਰੀਰ ਦੀ ਹੀ ਗੱਲ ਹੋ ਰਹੀ ਹੈ, ਉਹ ਲੁੱਟਿਆ ਜਾਂਦਾ ਹੈ। ਸਾਡੀ ਦੇਹ ਹੈ ਉਹ ਲੁੱਟੀ ਜਾਂਦੀ ਹੈ। ਜੋ ਸਾਡੀ ਸਾ ਧਨ ਹੈ, ਜੋ ਸਾਡੇ ਅੰਦਰਲੀ ਜਿੰਦ ਇਸਤਰੀ ਹੈ, ਉਹ ਵੀ ਇਕੱਲੀ ਹੀ ਪਕੜੀ ਜਾਂਦੀ ਹੈ। ਉਹਦੇ ਸਿਰ ਦੇ ਉੱਤੇ ਡੰਡਾ ਵੱਜਦਾ ਹੈ, ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨਾ। ਜਮ ਦਾ ਡੰਡਾ ਸਿਰ ਵਿੱਚ ਵੱਜਦਾ ਹੈ, ਗਲ ਦੇ ਵਿੱਚ ਸੰਗਲ ਪੈ ਜਾਂਦਾ ਹੈ, ਤੇ ਜਿਹੜੇ 5 ਵਿਕਾਰ ਸਾਰੀ ਉਮਰ ਸਾਨੂੰ ਲੁੱਟਦੇ ਰਹੇ, ਇਹ ਸਭ ਦੇਖ ਕੇ ਉਹ ਭੱਜ ਜਾਂਦੇ ਨੇ, ਉਹ ਤੇ ਬਚ ਕੇ ਨਿਕਲ ਜਾਂਦੇ ਨੇ, ਤੇ ਕਾਬੂ ਆ ਜਾਂਦੀ ਹੈ ਸਾਡੀ ਜਿੰਦ ਇਸਤਰੀ, ਜਿਹਨੂੰ ਕਿ ਜਮ ਜੋ ਹੈ, ਜਮਰਾਜ ਜੋ ਹੈ, ਆਪਣੇ ਅੱਗੇ ਲਾ ਕੇ ਲੈ ਜਾਂਦਾ ਹੈ। ਭਾਵ ਕਿ ਮੌਤ ਆ ਜਾਂਦੀ ਹੈ। ਤੇ ਜਦੋਂ ਮੌਤ ਆ ਜਾਂਦੀ ਹੈ, ਸਾਡੇ ਲੋਭ ਲਾਲਚ ਹੰਕਾਰ ਸਭ ਕੁਝ ਖਤਮ ਹੋ ਜਾਂਦੇ ਨੇ। ਕਾਮਣ ਲੋੜਾ ਸੋਇਨਾ ਰੂਪਾ, ਮਿੱਤਰ ਲੁੜੇਨ ਸੁਖਾ ਦਾਤਾ। ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜਮਪੁਰ ਬਾਦਾਤਾ। ਇਹਨਾਂ ਪੰਕਤੀਆਂ ਦੇ ਵਿੱਚ ਬੜੀ ਹੀ ਵਧੀਆ ਗੱਲ ਹੋਈ ਹੈ। ਕਹਿੰਦੇ ਜੋ ਜੀਵ ਹੈ ਉਹਦੀ ਜੋ ਵਹੁਟੀ ਹੈ, ਕਾਮਣ ਤੋਂ ਭਾਵ ਵਹੁਟੀ ਇਸਤਰੀ, ਉਹ ਸੋਇਨਾ ਤੇ ਰੂਪਾ ਆਦਿਕ ਮੰਗਦੀ ਰਹਿੰਦੀ ਹੈ। ਸੋਨੇ ਦੇ ਗਹਿਣਿਆਂ ਦੀ ਮੰਗ ਕਰਦੀ ਹੈ, ਸੋਹਣੇ ਸੋਹਣੇ ਕੱਪੜਿਆਂ ਦੀ ਮੰਗ ਕਰਦੀ ਹੈ। ਤੇ ਜੋ ਮਿੱਤਰ ਹਨ ਉਹ ਚੰਗੇ ਤੋਂ ਚੰਗੇ ਖਾਣ ਪੀਣ ਦੇ ਪਦਾਰਥਾਂ ਦੀ ਮੰਗ ਕਰਦੇ ਹਨ। ਤੇ ਨਾਨਕ ਪਾਪ
ਕਰੇ ਤਿਨ ਕਾਰਨ। ਤੇ ਇਨ੍ਹਾਂ ਕਾਰਨਾਂ ਕਰਕੇ ਹੀ ਜੋ ਜੀਵ ਹੈ ਉਹ ਮਾਇਆ ਇਕੱਠੀ ਕਰਨ ਦੇ ਵਿੱਚ ਪਿਆ ਰਹਿੰਦਾ ਹੈ। ਉਹਨੂੰ ਹੁੰਦਾ ਹੈ ਕਿ ਮੈਂ ਆਪਣੇ ਮਿੱਤਰਾਂ ਦੀਆਂ, ਆਪਣੀ ਇਸਤਰੀ ਦੀਆਂ, ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਨੇ, ਇਸ ਲਈ ਮੈਂ ਪੈਸਾ ਇਕੱਠਾ ਕਰਨਾ ਹੈ। ਤਾਂ ਉਹ ਜਿਸ ਤਰ੍ਹਾਂ ਦੇ ਵੀ ਚੰਗੇ ਮਾੜੇ ਕਾਰਜ ਕਰਕੇ ਉਹ ਪੈਸਾ ਇਕੱਠਾ ਕਰ ਸਕਦਾ ਹੈ, ਉਹ ਕਰਨ ਦੀ ਕੋਸ਼ਿਸ਼ ਕਰਦਾ ਹੈ। ਤੇ ਇਨ੍ਹਾਂ ਕਾਰਨਾਂ ਕਰਕੇ ਜਾਸੀ ਜੰਮਪੁਰ ਬਾਦਾਤਾ ਤੇ ਅਖੀਰ ਨੂੰ ਜੰਮ ਦੇ ਕਿਲੇ ਦੇ ਵਿੱਚ ਧੱਕਿਆ ਜਾਂਦਾ ਹੈ। ਭਾਵ ਕਿ ਸਾਰੀ ਉਮਰ ਇਦਾਂ ਹੀ ਕਰਦੇ ਕਰਾਉਂਦੇ ਲੰਘ ਜਾਂਦੀ ਹੈ ਤੇ ਅੰਤ ਨੂੰ ਮੌਤ ਆ ਜਾਂਦੀ ਹੈ। ਜਿਨ੍ਹਾਂ ਸਮਿਆਂ ਦੇ ਵਿੱਚ ਇਹ ਬਾਣੀ ਲਿਖੀ ਗਈ ਹੈ ਉਹਨਾਂ ਸਮਿਆਂ ਦੇ ਵਿੱਚ ਇਸਤਰੀ ਨੂੰ ਇੰਨਾ ਉੱਚ ਦਰਜਾ ਪ੍ਰਾਪਤ ਨਹੀਂ ਸੀ ਜਿੰਨਾ ਅੱਜ ਦੇ ਸਮੇਂ ਵਿੱਚ ਹੈ। ਉਹਨਾਂ ਸਮਿਆਂ ਦੇ ਵਿੱਚ ਇਸਤਰੀਆਂ ਜ਼ਿਆਦਾਤਰ ਘਰਾਂ ਦੇ ਵਿੱਚ ਹੀ ਕੰਮ ਕਰਦੀਆਂ ਸਨ, ਘਰ-ਬਾਰ ਹੀ ਸਾਂਭਦੀਆਂ ਸਨ, ਤੇ ਜੋ ਮਰਦ ਸਨ ਉਹ ਬਾਹਰ ਕੰਮਕਾਰ ਕਰਦੇ ਸਨ, ਪੈਸਾ ਇਕੱਠਾ ਕਰਕੇ ਲੈ ਕੇ ਆਉਂਦੇ ਸਨ। ਹੁਣ ਸਮੇਂ ਬਦਲ ਗਏ ਨੇ, ਹੁਣ ਇਸਤਰੀਆਂ ਵੀ ਕੰਮ ਕਰਦੀਆਂ ਨੇ, ਜੌਬਸ ਕਰਦੀਆਂ ਨੇ, ਨੌਕਰੀਆਂ ਕਰਦੀਆਂ ਨੇ ਤੇ ਮਰਦ ਵੀ ਕਰਦੇ ਨੇ। ਹੁਣ ਜ਼ਰੂਰੀ ਨਹੀਂ ਹੈ ਕਿ ਮਰਦ ਸਿਰਫ ਇਸੇ ਲਈ ਪੈਸਾ ਇਕੱਠਾ ਕਰਦਾ ਹੋਵੇ ਕਿ ਉਹਦੀ ਇਸਤਰੀ ਸੋਨੇ ਦੀ ਜਾਂ ਕੱਪੜਿਆਂ ਦੀ ਮੰਗ ਕਰਦੀ ਹੈ। ਉਸ ਮਰਦ ਦੀਆਂ ਆਪਣੀਆਂ ਵੀ ਇੱਛਾਵਾਂ ਪੈਦਾ ਹੋ ਗਈਆਂ ਨੇ, ਉਹ ਆਪਣੇ ਲਈ ਵੀ ਪੈਸਾ ਇਕੱਠਾ ਕਰਦਾ ਹੈ। ਤੇ ਬਹੁਤੇ ਕੇਸਾਂ ਦੇ ਵਿੱਚ ਇੱਦਾਂ ਵੀ ਹੁੰਦਾ ਹੋਏਗਾ ਕਿ ਇਸਤਰੀ ਕਹਿੰਦੀ ਹੈ ਕਿ ਤੁਸੀਂ ਕੰਮਕਾਰ ਦਾ ਬਹੁਤਾ ਖਿਆਲ ਛੱਡ ਕੇ ਮੇਰੇ ਨਾਲ ਵੀ ਥੋੜ੍ਹਾ ਸਮਾਂ ਬਿਤਾਇਆ ਕਰੋ। ਤੇ ਜਦ ਕਿ ਜੋ ਮਰਦ ਹੈ ਉਹਨੂੰ ਪੈਸੇ ਇਕੱਠੇ ਕਰਨ ਦਾ ਭੂਤ ਸਵਾਰ ਹੈ ਜਾਂ ਤਰੱਕੀਆਂ ਹਾਸਲ ਕਰਨ ਦਾ ਭੂਤ ਸਵਾਰ ਹੈ, ਤੇ ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਕੰਮ ਨੂੰ ਹੀ ਦੇ ਰਿਹਾ ਹੁੰਦਾ ਹੈ। ਅੱਜ ਦੇ ਯੁੱਗ ਦੀ ਜੋ ਇਹ ਗੱਲਬਾਤ ਬਣਦੀ ਹੈ, ਇੱਛਾਵਾਂ ਮਨੁੱਖ ਨੇ ਬਹੁਤ ਜ਼ਿਆਦਾ ਵਧਾ ਲਈਆਂ ਨੇ ਤੇ ਉਹਨਾਂ ਨੂੰ ਪੂਰੀਆਂ ਕਰਨ ਦੇ ਲਈ ਬਹੁਤ ਜ਼ਿਆਦਾ ਪੈਸੇ ਵੀ ਚਾਹੀਦੇ ਨੇ, ਜਿਸ ਕਰਕੇ ਮਨੁੱਖ 100 ਪ੍ਰਕਾਰ ਦੇ ਜੋੜ ਤੋੜ ਲਗਾਉਂਦਾ ਫਿਰਦਾ ਹੈ। ਤੇ ਇਸੇ ਕਾਰਨ ਹੀ ਅੱਜ ਦੇ ਮਨੁੱਖ ਦਾ ਜੋ ਮਨ ਹੈ ਬੜਾ ਹੀ ਅਸ਼ਾਂਤ ਰਹਿੰਦਾ ਹੈ। ਗੌੜੀ ਚੇਤੀ ਮਹਿਲਾ ਪਹਿਲਾ। ਮੁੰਦਰਾ ਤੇ ਘਟ ਭੀਤਰ ਮੁੰਦਰਾ, ਕਾਇਆ ਕੀਜੈ ਖਿੰਥਾਤਾ, ਪੰਚ ਚੇਲੇ ਵਸ ਕੀਜੈ ਰਾਵਲ, ਇਹ ਮਨ ਕੀਜੈ ਡੰਡਾਤਾ। ਇਹਨਾਂ ਪੰਕਤੀਆਂ ਦੇ ਵਿੱਚ ਜੋਗ ਨੂੰ ਸੰਬੋਧਿਤ ਕੀਤਾ ਗਿਆ ਹੈ। ਜਿਸ ਤਰ੍ਹਾਂ ਅਸੀਂ ਸਾਰੇ ਜਾਣੂ ਹਾਂ ਕਿ ਜੋ ਜੋਗੀ ਹਨ ਉਹ ਮੁੰਦਰਾਂ ਪਾ ਕੇ ਰੱਖਦੇ ਹਨ ਤੇ ਇਹ ਵੀ ਕੋਸ਼ਿਸ਼ ਕਰਦੇ ਹਨ ਕਿ ਉਹਨਾਂ ਦੇ ਚੇਲੇ ਬਣਨ, ਲੋਕ ਉਹਨਾਂ ਦੇ ਨਾਲ ਜੁੜਨ, ਉਹਨਾਂ ਨੂੰ ਮੰਨਣ। ਇਸ ਗੱਲ ਨੂੰ, ਇਸ ਸਾਰੇ ਕਾਰਜ ਨੂੰ ਜਾਂ ਪ੍ਰਕਿਰਿਆ ਨੂੰ ਸੰਬੋਧਿਤ ਕਰਦੇ ਹੋਏ ਗੁਰੂ ਜੀ ਕਹਿੰਦੇ ਨੇ ਕਿ ਮੁੰਦਰਾ ਤੇ ਘਟ ਭੀਤਰ ਮੁੰਦਰਾ, ਕਿ ਜੇ ਮੁੰਦਰਾਂ ਪਾਉਣੀਆਂ ਹੀ ਨੇ ਤਾਂ ਆਪਣੇ ਅੰਦਰ ਜਿਹੜੀਆਂ ਵਾਸਨਾਵਾਂ ਨੇ ਉਹਨਾਂ ਨੂੰ ਰੋਕ, ਉਹਨਾਂ ਨੂੰ ਮੁੰਦਰਾਂ ਬਣਾ। ਕਾਇਆ ਕੀਜੈ ਖਿੰਥਾਤਾ, ਖਿੰਥਾਤਾ ਤੋਂ ਭਾਵ ਗੋਦੜੀ, ਭਾਵ ਕਿ ਖਸਤਾ ਹਾਲ ਰਜਾਈ ਜਿਹਨੇ ਖਤਮ ਹੋ ਜਾਣਾ ਹੈ। ਖਸਤਾ ਹਾਲ ਤੋਂ ਭਾਵ ਕਿ ਜਿਹੜੀ ਕੁਝ ਦਿਨਾਂ ਦੀ ਪ੍ਰਾਹੁਣੀ ਹੋਵੇ। ਸੋ ਜਦੋਂ ਗੁਰੂ ਜੀ ਕਹਿੰਦੇ ਨੇ ਕਿ ਕਾਇਆ ਕੀਜੈ ਖਿੰਥਾਤਾ, ਭਾਵ ਕਿ ਆਪਣਾ ਜੋ ਸਰੀਰ ਹੈ ਉਹਨੂੰ ਖਿੰਥਾਤਾ ਸਮਝ, ਉਹਨੂੰ ਨਾਸਵੰਤ ਸਮਝ। ਪੰਜ ਚੇਲੇ ਵਸ ਕੀਜੈ, ਜਿਹੜੇ ਪੰਜ ਵਿਕਾਰ ਤੇਰੇ ਮਨ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਵਸ ਦੇ ਵਿੱਚ ਕਰ, ਉਹਨਾਂ ਨੂੰ ਚੇਲੇ ਬਣਾ। ਮਨ ਕੀਜੈ ਡੰਡਾਤਾ, ਤੇ ਜੋ ਆਪਣਾ ਮਨ ਹੈ ਉਹਨੂੰ ਡੰਡਾ ਬਣਾ ਤੇ ਹੱਥ ਦੇ ਵਿੱਚ ਫੜ ਲੈ, ਭਾਵ ਕਾਬੂ ਦੇ ਵਿੱਚ ਕਰ ਲੈ। ਹੁਣ ਡੰਡਾ ਜਦੋਂ ਅਸੀਂ ਹੱਥ ਦੇ ਵਿੱਚ ਫੜਿਆ ਹੋਇਆ ਹੈ ਤਾਂ ਉਸ ਡੰਡੇ ਦੇ ਉੱਪਰ ਸਾਡਾ ਪੂਰਾ ਕਾਬੂ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਆਪਣਾ ਜੋ ਮਨ ਹੈ ਉਹਨੂੰ ਡੰਡਾ ਬਣਾ ਤੇ ਹੱਥ ਦੇ ਵਿੱਚ ਫੜ ਲੈ, ਭਾਵ ਕਿ ਆਪਣੇ ਮਨ ਦੇ ਉੱਤੇ ਕਾਬੂ ਪਾ। ਜੋਗ ਜੁਗਤ ਇਵ ਪਾਵਸਿਤਾ, ਏਕ ਸ਼ਬਦ ਦੂਜਾ ਹੋਰ ਨਾਸਤ, ਕੰਦ ਮੂਲ ਮਨ ਲਾਵਸਿਤਾ ਰਹਾਉ। ਕਹਿੰਦੇ ਕਿ ਹੇ ਜੋਗੀ, ਤੂੰ ਕੰਦ ਮੂਲ, ਗਾਜਰ ਮੂਲੀ, ਮਨ ਲਾਵਸਿਤਾ, ਗਾਜਰ ਮੂਲੀ ਦੇ ਵਿੱਚ ਆਪਣਾ ਮਨ ਲਾਉਂਦਾ ਫਿਰ ਰਿਹਾ ਹੈ, ਭਾਵ ਤੈਨੂੰ ਚੰਗੇ ਚੰਗੇ ਭੋਜਨ ਖਾਣ ਦਾ ਚਸਕਾ ਪਿਆ ਹੋਇਆ ਹੈ, ਪਰ ਇਸ ਤਰ੍ਹਾਂ ਕਰਕੇ ਤੇਰਾ ਜੋਗ ਹਾਸਲ ਕਰਨ ਦਾ ਕੋਈ ਫਾਇਦਾ ਨਹੀਂ। ਏਕ ਸ਼ਬਦ ਦੂਜਾ ਹੋਰ ਨਾਸਤ, ਜੇ ਤੂੰ ਕਹਿੰਦੇ ਆਪਣਾ ਮਨ ਇੱਕ ਸ਼ਬਦ ਦੇ ਵਿੱਚ, ਇੱਕ ਪਰਮਾਤਮਾ ਦੇ ਵਿੱਚ ਜੋੜੇ, ਜਿਸ ਤੋਂ ਬਿਨਾਂ ਕਿ ਸਾਡਾ ਹੋਰ ਕੋਈ ਸਹਾਰਾ ਨਹੀਂ ਹੈ, ਜੇਕਰ ਤੂੰ ਉਸ ਸ਼ਬਦ ਦੇ ਵਿੱਚ ਆਪਣਾ ਮਨ ਜੋੜੇ ਤਾਂ ਜੋਗ ਜੁਗਤ ਇਵ ਪਾਵਸਿਤਾ, ਤਾਂ ਇਸ ਤਰ੍ਹਾਂ ਤੂੰ ਅਸਲੀ ਜੋਗ ਹਾਸਲ ਕਰੇਗਾ। ਮੁੰਡ ਮੁੰਡਾਈਐ ਜੇ ਗੁਰ ਪਾਈਐ, ਹਮ ਗੁਰ ਕੀਨੀ ਗੰਗਾਤਾ। ਕਹਿੰਦੇ ਹੇ ਜੋਗੀ,
ਤੂੰ ਇਹ ਸਮਝਦਾ ਹੈ ਕਿ ਗੰਗਾ ਦੇ ਕਿਨਾਰੇ ਤੇ ਜਾ ਕੇ ਆਪਣਾ ਸਿਰ ਮਨਵਾ ਕੇ ਗੁਰੂ ਹਾਸਲ ਹੁੰਦਾ ਹੈ। ਜੇ ਤੇਰੀ ਇਹ ਸੋਚ ਹੈ ਤਾਂ ਅਸੀਂ ਗੁਰੂ ਨੂੰ ਹੀ ਗੰਗਾ ਬਣਾ ਲਿਆ ਹੈ। ਹਮ ਗੁਰ ਕੀਨੀ ਗੰਗਾਤਾ ਤ੍ਰਿਭਵਨ ਤਾਰਨਹਾਰ ਸੁਆਮੀ ਏਕ ਨਾ ਚੇਤਸ ਅੰਧਾਤਾ। ਕਿ ਜੋ ਅੰਨਾ ਮਨੁੱਖ ਹੈ ਉਹ ਉਸ ਇੱਕ ਸੁਆਮੀ ਨੂੰ ਹੀ ਨਹੀਂ ਸਿਮਰਦਾ, ਨਹੀਂ ਆਪਣੇ ਚਿੱਤ ਦੇ ਵਿੱਚ ਧਿਆਉਂਦਾ, ਜਿਹੜਾ ਕਿ ਤਿੰਨਾਂ ਭਵਨਾਂ ਦੇ ਵਿੱਚ ਮਨੁੱਖ ਦਾ ਤਾਰਨਹਾਰ ਹੈ। ਤ੍ਰਿਭਵਨ ਤਾਰਨਹਾਰ ਸੁਆਮੀ ਏਕ ਨਾ ਚੇਤਸ ਅੰਧਾਤਾ। ਕਰ ਪਟੰਬ ਗੱਲੀ ਮਨ ਲਾਵਸ ਸੰਸਾ ਮੂਲ ਨਾ ਜਾਵਸਤਾ। ਕਹਿੰਦੇ ਹੇ ਜੋਗੀ, ਤੂੰ ਵਿਖਾਵਾ ਕਰਕੇ ਗੱਲਾਂ ਦੇ ਵਿੱਚ ਲੋਕਾਂ ਦਾ ਮਨ ਲਵਾ ਰਿਹਾ ਹੈ, ਪਰ ਤੇਰਾ ਆਪਦਾ ਜੋ ਸੰਸਾ ਹੈ, ਆਪਦੇ ਮਨ ਦੀ ਜੋ ਚਿੰਤਾ ਹੈ, ਉਹ ਉੱਕਾ ਹੀ ਦੂਰ ਨਹੀਂ ਹੋ ਰਹੀ। ਇੱਕ ਸਚਰਨੀ ਜੇ ਚਿੱਤ ਲਾਵੈ ਲਵ ਲੋਭ ਕੀ ਧਾਵਸਤਾ। ਕਹਿੰਦੇ ਜੇ ਇਹੀ ਵਿਖਾਵੇ ਛੱਡ ਕੇ ਤੂੰ ਉਸ ਇੱਕ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੀ ਲਿਵ ਲਾਈ ਹੁੰਦੀ, ਚਿੱਤ ਜੋੜਿਆ ਹੁੰਦਾ, ਤਾਂ ਇਹ ਲਵ ਲੋਭ ਦੀ ਜਿਹੜੀ ਤੇਰੀ ਭੱਜ ਦੌੜ ਹੈ ਇਹ ਕਿਉਂ ਹੁੰਦੀ, ਕਿਉਂ ਤੂੰ ਭਟਕਦਾ ਫਿਰਦਾ, ਇਹ ਤੇਰੀ ਸਾਰੀ ਖਤਮ ਹੋ ਜਾਣੀ ਸੀ। ਜਪਸ ਨਿਰੰਜਨ ਰਚਸ ਮਨਾ ਕਾਹੈ ਬੋਲੇ ਜੋਗੀ ਕਪਟ ਘਣਾ ਰਹਾਓ। ਕਿ ਹੇ ਜੋਗੀ, ਤੂੰ ਕਿਉਂ ਐਵੇਂ ਕਪਟ ਬੋਲਦਾ ਫਿਰਦਾ ਹੈ, ਝੂਠ ਫਰੇਬ ਕਰਦਾ ਫਿਰਦਾ ਹੈ। ਆਪਣੇ ਮਨ ਦੇ ਵਿੱਚ ਉਸ ਇੱਕ ਪਰਮਾਤਮਾ ਨੂੰ ਰਚਾ ਤੇ ਮਨ ਦੇ ਵਿੱਚ ਉਸ ਨਿਰੰਜਨ ਨੂੰ, ਮਾਇਆ ਤੋਂ ਰਹਿਤ ਪਰਮਾਤਮਾ ਨੂੰ ਰਚਾ ਕੇ ਉਹਦਾ ਜਾਪ ਕਰ। ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਰਤ ਵਿਹਾਨਿਤਾ। ਕਹਿੰਦੇ ਜਿਹੜੇ ਮਨੁੱਖ ਦਾ ਸਰੀਰ ਕਮਲਾ ਹੋਇਆ ਪਿਆ ਹੋਵੇ, ਜਿਹਦੀ ਜੀਵ ਆਤਮਾ ਅਣਜਾਣ ਹੋਵੇ, ਉਸ ਦੀ ਸਾਰੀ ਉਮਰ ਹੀ ਮਾਇਆ ਦੀ ਮਮਤਾ ਦੇ ਵਿੱਚ ਲੰਘ ਜਾਂਦੀ ਹੈ, ਮੇਰਾ ਮੇਰਾ ਕਰਦੇ ਦੀ ਲੰਘ ਜਾਂਦੀ ਹੈ। ਨਾਨਕ ਬੇਨਤੀ ਕਰਦਾ ਹੈ, ਪ੍ਰਣਵਤ ਨਾਨਕ ਨਾਗੀ ਦਾਜੈ ਫਿਰ ਪਾਛੈ ਪਛਤਾਨਿਤਾ। ਨਾਨਕ ਆਖਦਾ ਹੈ ਕਿ ਜਦੋਂ ਮੌਤ ਆ ਜਾਣੀ ਹੈ, ਇਹ ਸਾਰੇ ਜੋ ਪਦਾਰਥ ਇਕੱਠੇ ਕਰਨ ਦੇ ਵਿੱਚ ਅਸੀਂ ਜੋ ਸਾਰੀ ਜ਼ਿੰਦਗੀ ਲੰਘਾਉਂਦੀ ਰਹੇ, ਉਹ ਸਾਰੇ ਤੇ ਇੱਥੇ ਹੀ ਰਹਿ ਜਾਣੇ ਨੇ। ਤੇ ਜਿਹੜੀ ਸਾਡੀ ਕੱਲੀ ਨੰਗੀ ਕਾਇਆ ਹੈ, ਨਾਂਗੀ ਦਾਜਾ, ਦਾਜਾ ਤੋਂ ਭਾਵ ਭਟਕਦੀ ਫਿਰਨਾ, ਉਹ ਜੋ ਸਾਡੀ ਕਾਇਆ ਹੈ ਉਹ ਮਸਾਣਾ ਦੇ ਵਿੱਚ, ਸਿਵਿਆਂ ਦੇ ਵਿੱਚ ਇਕੱਲੀ ਹੀ ਭਟਕਦੀ ਫਿਰਦੀ ਹੈ। ਇਸੇ ਕਰਕੇ ਅੰਤ ਵੇਲੇ ਅਸੀਂ ਪਛਤਾਉਂਦੇ ਹਾਂ। ਜਦੋਂ ਮਨੁੱਖ ਮਰਨ ਕਿਨਾਰੇ ਪਿਆ ਹੁੰਦਾ ਹੈ ਤਾਂ ਉਦੋਂ ਉਹ ਪਛਤਾਉਂਦਾ ਹੈ ਕਿ ਸਾਰੀ ਉਮਰ ਮੈਂ ਕੀ ਇਕੱਠਾ ਕਰਦਾ ਰਿਹਾ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 155ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਸ ਅੰਗ ਦੀ ਬਾਣੀ ਦੇ ਵਿੱਚ ਗੁਰੂ ਜੀ ਨੇ ਸਰੀਰ ਦੇ ਬਾਰੇ 'ਚ ਕਾਫੀ ਗੱਲਬਾਤ ਕੀਤੀ ਹੈ ਕਿ ਕਿਸ ਤਰ੍ਹਾਂ ਉਸ ਪਰਮਾਤਮਾ ਨੇ ਸਾਡਾ ਇਹ ਸਰੀਰ ਸਿਰਜ ਕੇ ਉਸ ਦੇ ਅੰਦਰ ਜੀਵ ਆਤਮਾ ਪਾਈ ਹੈ, ਤੇ ਕਿਸ ਤਰ੍ਹਾਂ ਅਸੀਂ ਜੋ ਮਨੁੱਖ ਹਾਂ ਅੰਦਰ ਝਾਕਣ ਦੀ ਬਜਾਏ ਬਾਹਰ ਵੱਲ ਜ਼ਿਆਦਾ ਧਿਆਨ ਰੱਖਦੇ ਹਾਂ। ਅਸੀਂ ਬਾਹਰੀ ਖਜ਼ਾਨੇ ਇਕੱਠੇ ਕਰਨ ਦੇ ਵਿੱਚ ਲੱਗੇ ਰਹਿੰਦੇ ਹਾਂ ਤੇ ਪੰਜ ਵਿਕਾਰ ਅੰਦਰੋਂ ਸਾਡੇ ਜੋ ਗੁਣਾ ਰੂਪੀ ਖਜ਼ਾਨੇ ਹਨ ਉਹਨਾਂ ਨੂੰ ਲੁੱਟਦੇ ਰਹਿੰਦੇ ਹਨ। ਫਿਰ ਜੋਗੀਆਂ ਦੀ ਗੱਲ ਹੋਈ ਹੈ ਕਿ ਕਿਸ ਤਰ੍ਹਾਂ ਝੂਠ ਫਰੇਬ ਛੱਡ ਕੇ, ਬਾਹਰੀ ਮੁੰਦਰਾ ਛੱਡ ਕੇ ਜਾਂ ਬਾਹਰੀ ਡੰਡਾ ਛੱਡ ਕੇ ਆਪਣੇ ਮਨ ਨੂੰ ਹੀ ਡੰਡਾ ਬਣਾਇਆ ਜਾਏ, ਉਹਨਾਂ ਵਿਕਾਰਾਂ ਨੂੰ ਮੁੰਦਰਾ ਬਣਾਇਆ ਜਾਵੇ, ਉਹਨਾਂ ਵਿਕਾਰਾਂ ਨੂੰ ਚੇਲੇ ਬਣਾਇਆ ਜਾਵੇ, ਉਹਨਾਂ ਦੇ ਉੱਪਰ ਕਾਬੂ ਰੱਖਿਆ ਜਾਏ। ਫਿਰ ਮੌਤ ਦੀ ਗੱਲ ਹੋਈ ਹੈ ਕਿ ਜੋ ਮੌਤ ਹੈ ਉਹ ਨਿਸ਼ਚਿਤ ਹੈ, ਉਹਨੂੰ ਟਾਲਿਆ ਨਹੀਂ ਜਾ ਸਕਦਾ, ਤੇ ਜੋ ਕੁਝ ਅਸੀਂ ਇੱਥੇ ਇਕੱਠਾ ਕਰਦੇ ਫਿਰਦੇ ਹਾਂ ਉਹ ਇੱਥੇ ਹੀ ਰਹਿ ਜਾਣਾ ਹੈ, ਨਾਲ ਸਾਡੇ ਨਹੀਂ ਜਾਣਾ। ਸੋ ਇਸ ਕਰਕੇ ਇਹਨਾਂ ਸਾਰੀਆਂ ਚਿੰਤਾਵਾਂ ਨੂੰ ਛੱਡ ਕੇ ਉਸ ਪਰਮਾਤਮਾ ਦਾ ਨਾਮ ਸਿਮਰੀਏ ਤੇ ਆਪਣੇ ਮਨ ਨੂੰ ਸ਼ਾਂਤ ਕਰੀਏ। ਇਸੇ ਸੰਦੇਸ਼ ਦੇ ਨਾਲ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।